ਸੁਭਾਅ ਹੁਣ ਅਗਲੇ ਵਿਚਾਰ ਗੁਰਮਤ ਵਿੱਚ ਇਸਤਰੀ ਦਾ ਸਥਾਨ ਇਹ ਲੈ ਕੇ ਆ ਰਹੇ ਨੇ ਸਾਡੇ ਪ੍ਰੋਫੈਸਰ ਸੁਰਿੰਦਰਪਾਲ ਕੌਰ ਜੀ ਰਸੀਆ ਧਨੌਲੇ ਤੋਂ। ਉਹ ਆਪਦੇ ਨਾਲ ਕੁਝ ਮਿੰਟ ਵਿਚਾਰ ਰੱਖਣਗੇ। ਉਸ ਤੋਂ ਬਾਅਦ ਆਪਾਂ ਨੇ ਕੁਝ ਲੜਕੀਆਂ ਦੇ ਜਿਨ੍ਹਾਂ ਦੀ ਬਹੁਤ ਵਧੀਆ ਪ੍ਰਾਪਤੀਆਂ ਨੇ ਇਸ ਕਾਲਜ ਦੀ ਜੇ ਆਪਣੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਉਹਦਾ ਆਪਾਂ ਮਾਨ ਸਨਮਾਨ ਵੀ ਕਰਨਾ ਹੈ। ਤੇ ਜਿਹੜੇ ਸਾਡੇ ਨੁਮਾਇੰਦੇ ਨੇ ਜਾਂ ਟੀਚਰ ਇੰਚਾਰਜ ਨੇ ਪ੍ਰੋਫੈਸਰ ਸਾਹਿਬਾਨ ਨੇ ਜੇ ਉਹਨਾਂ ਨੂੰ ਗੱਲ ਕਰਨੀ ਹੋਵੇ 2-2 ਮਿੰਟ ਦੀ ਕੋਈ ਸੁਨੇਹਾ ਦੇਣਾ ਹੋਵੇ ਉਹ ਆਪਾਂ ਕਰਕੇ ਫਿਰ ਪ੍ਰਧਾਨ ਜੀ ਤੋਂ ਆਪਣੇ ਮੁੱਖ ਮਹਿਮਾਨ ਜੀ ਤੋਂ ਵਿਚਾਰ ਸੁਣ ਕੇ ਸਮਾਪਤੀ ਕਰਾਂਗੇ। ਸੁਭਾਓ ਪ੍ਰੋਫੈਸਰ ਸੁਰਿੰਦਰਪਾਲ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਬੁਲਾਰਿਆਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਹੋਣੀ ਚਾਹੀਦੀ ਸੀ, ਕਿਉਂਕਿ ਅਸੀਂ ਵੀ ਇਸੇ ਜੇ ਅਸੀਂ ਹੁਣ ਇੱਥੇ ਖੜ ਕੇ ਕੋਈ ਲੈਕਚਰ ਦਈਏ ਤੁਹਾਨੂੰ ਵੀ ਬੇਟੇ ਚੁੱਪ ਰਿਹਾ ਕਰੋ, ਸੁਣਿਆ ਕਰੋ, ਤੁਹਾਡੇ ਕੰਮ ਦੀਆਂ ਗੱਲਾਂ ਨੇ, ਪੁੱਤ ਕੋਈ ਗੱਲ ਨਹੀਂ, ਜਦੋਂ ਤੁਹਾਡੀ ਉਮਰ 'ਚ ਹੁੰਦੇ ਸੀ ਸਾਨੂੰ ਵੀ ਇਹ ਗੱਲਾਂ ਬੋਰ ਹੀ ਕਰਦੀਆਂ ਸੀ, ਠੀਕ ਹੈ। ਇਸ ਕਰਕੇ ਮੈਂ ਤੁਹਾਡੇ ਮਨ ਦੀ ਭਾਵਨਾ ਹੈ ਜਿਹੜੀ ਉਹ ਸਮਝਦੀ ਹਾਂ। ਤਾਂ ਔਰਤ ਬਾਰੇ ਜਿਹੜੀ ਵਿਚਾਰ ਹੈ ਮੇਰੇ ਤੋਂ ਪਹਿਲਾਂ ਬਹੁਤ ਵਿਚਾਰਾਂ ਹੋ ਚੁੱਕੀਆਂ ਨੇ। ਸਾਡੇ ਦੇਸ਼ ਦੇ ਵਿੱਚ ਜੰਮੀਆਂ ਹੋਈਆਂ ਕੁੜੀਆਂ ਜਾਂ ਔਰਤਾਂ, ਉਹਨਾਂ ਦੀ ਹਾਲਤ, ਉਹਨਾਂ ਦੇ ਜੀਵਨ ਦੇ ਹਾਲਾਤ, ਉਹਨਾਂ ਦੇ ਪ੍ਰਤੀ ਸਮਾਜ ਦੀ, ਧਰਮ ਗ੍ਰੰਥਾਂ ਦੀ, ਵਿਦਵਾਨਾਂ ਦੀ ਸੋਚ, ਇਸ ਵਿਸ਼ੇ ਤੇ ਜੇ ਕੋਈ ਕਹੇ ਤਾਂ ਮੇਰੇ ਖਿਆਲ 'ਚ ਮੇਰੇ ਵਾਂਗੂ ਸਾਰੇ ਹੀ, ਪਰ ਮੈਂ 2 ਘੰਟੇ ਵੀ ਬੋਲ ਸਕਦੀ ਹਾਂ, ਪਰ ਮੈਂ ਬੋਲੂੰਗੀ ਨਹੀਂ, ਡਰੋ ਨਾ, 2 ਘੰਟੇ ਨਹੀਂ ਬੋਲੂੰਗੀ। ਤਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਮੈਂਬਰ ਹੋਣ ਦੇ ਨਾਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਿਹੜੇ ਵਿਸ਼ੇ ਵੰਡ ਹੋਈ, ਅਲੱਗ-ਅਲੱਗ ਜਿਹੜੇ ਵਿਚਾਰਵਾਨ ਨੇ ਉਹਨਾਂ ਨੂੰ ਜਿਹੜੇ ਵਿਸ਼ੇ ਦਿੱਤੇ ਗਏ, ਉਹਨਾਂ ਦੇ ਵਿੱਚੋਂ ਮੇਰੇ ਹਿੱਸੇ ਜਿਹੜਾ ਵਿਸ਼ਾ ਆਇਆ ਉਹ ਹੈ ਗੁਰਮਤ ਵਿੱਚ ਇਸਤਰੀ ਦਾ ਸਥਾਨ। ਅੱਜ ਇਸਤਰੀਆਂ ਦੇ ਨਾਲ ਕੀ ਹੋ ਰਿਹਾ, ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਹੱਕਾਂ ਦੇ ਲਈ ਕੀ ਕਰ ਸਕਦੇ ਹੋ, ਇਸ ਵਿਸ਼ੇ ਵੱਲ ਮੈਂ ਨਹੀਂ ਜਾਊਂਗੀ। ਸੰਖੇਪ ਦੇ ਵਿੱਚ ਸੰਖੇਪ ਤੋਂ ਸੰਖੇਪ ਬੋਲਣ ਦੀ ਕੋਸ਼ਿਸ਼ ਕਰੂੰਗੀ, ਪਰ ਪਲੀਜ਼ ਇੰਨੀ ਕੁ ਬੇਨਤੀ ਮੇਰੀ ਮੰਨ ਲਓ ਵੀ ਤੁਹਾਡੇ ਟੀਚਰਾਂ ਨੂੰ ਤੁਹਾਡੇ ਇਸ ਤਰ੍ਹਾਂ ਸਿਰ ਤੇ ਨਾ ਖੜਨਾ ਪਵੇ, ਫਿਰ ਮੇਰਾ ਬੋਲਿਆ ਵਿਅਰਥ ਹੈ, ਬਿਲਕੁਲ ਹੀ ਵਿਅਰਥ ਹੈ। ਜੇ ਤੁਹਾਡੇ ਟੀਚਰਾਂ ਨੂੰ ਤੁਹਾਡੇ ਸਿਰ ਤੇ ਖੜ ਕੇ ਇਹ ਕਹਿਣਾ ਪੈਂਦਾ ਵੀ ਬੇਟੇ ਨਹੀਂ ਮੈਡਮ ਨੂੰ ਸੁਣੋ, ਇਹਦਾ ਮਤਲਬ ਕੀ ਹੈ, ਤੁਹਾਡੇ ਗਰਦਨ ਤੇ ਤਲਵਾਰ ਲਟਕ ਰਹੀ ਹੈ ਤੇ ਮੈਡਮ ਸੁਰਿੰਦਰਪਾਲ ਨੂੰ ਸੁਣਨਾ ਤੁਹਾਡੀ ਮਜਬੂਰੀ ਹੈ, ਠੀਕ ਹੈ ਬੇਟਾ। ਗੁਰਮਤ ਵਿੱਚ ਇਸਤਰੀ ਦਾ ਸਥਾਨ। ਸਦੀਆਂ ਤੋਂ ਔਰਤ ਨੂੰ ਪੈਰ ਦੀ ਜੁੱਤੀ, ਗਿੱਚੀ ਪਿੱਛੇ ਮੱਤ ਵਰਗੇ ਫਤਵੇ ਦੇ ਕੇ ਸਮਾਜਿਕ ਤੌਰ ਤੇ ਹੀਣ ਸਮਝਿਆ ਜਾਂਦਾ ਰਿਹਾ ਹੈ। ਜੋ ਇਸਤਰੀ ਇਸ ਸੰਸਾਰ ਦਾ ਵਾਧਾ ਕਰਨ ਦਾ ਸਰੋਤ ਹੈ ਉਸੇ ਨੂੰ ਹੀ ਨਖਿੱਧ ਕਰਾਰ ਦਿੱਤਾ ਜਾਂਦਾ ਰਿਹਾ ਹੈ। ਪਰਮਾਤਮਾ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਪਰਮਾਤਮਾ ਤੋਂ ਬਾਅਦ ਜੇਕਰ ਇਸ ਸ੍ਰਿਸ਼ਟੀ ਦਾ ਕੋਈ ਵਾਧਾ ਕਰਦਾ ਹੈ ਤਾਂ ਉਹ ਇਸਤਰੀ ਹੀ ਹੈ। ਭਾਵ ਜੰਮਣ ਪੀੜਾਂ ਸਹਿ ਕੇ ਪਰਮਾਤਮਾ ਦੇ ਮਹਾਨ ਕਾਰਜ ਨੂੰ ਸੰਪੂਰਨ ਕਰਨ ਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਇਸਤਰੀ ਹੀ ਹੈ। ਪਰੰਤੂ ਸਦੀਆਂ ਤੱਕ ਸਮਾਜਿਕ ਤੇ ਧਾਰਮਿਕ ਤੌਰ ਤੇ ਇਸਤਰੀ ਅੰਦਰ ਹੀਣ ਭਾਵਨਾ ਕੁੱਟ-ਕੁੱਟ ਕੇ ਭਰੀ ਜਾਂਦੀ ਰਹੀ ਹੈ। ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜਿਸ ਤਰ੍ਹਾਂ ਦੀ ਹੀਣਤਾ ਇਸਤਰੀ ਦੇ ਅੰਦਰ ਭਰੀ ਜਾਂਦੀ ਰਹੀ ਹੈ ਉਹ ਮੇਰੇ ਤੋਂ ਪਹਿਲਾਂ ਵਾਲੇ ਬੁਲਾਰੇ ਨੇ ਜਿਹੜੇ ਉਹ ਡਿਟੇਲ 'ਚ ਦੱਸ ਚੁੱਕੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਦੀ ਬਰਾਬਰੀ ਬਲਕਿ ਮਾਣ ਸਨਮਾਨ ਲਈ ਆਵਾਜ਼ ਉਠਾਈ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਮਹਾਨ ਸੰਕਲਪ ਨੂੰ ਉਹਨਾਂ ਤੋਂ ਬਾਅਦ ਆਈਆਂ 9 ਦੀਆਂ 9 ਜੋਤਾਂ ਨੇ ਉਸੇ ਤਰ੍ਹਾਂ ਸਤਿਕਾਰਿਆ ਅਤੇ ਪ੍ਰਚਾਰਿਆ। ਇਹ ਨਹੀਂ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਸਤਿਕਾਰ ਦੇ ਵਿੱਚ ਆਵਾਜ਼ ਉਠਾਈ ਤਾਂ ਉਸ ਤੋਂ ਬਾਅਦ ਦੇ ਜਿਹੜੇ 9 ਗੁਰੂ ਸਾਹਿਬਾਨ ਹੋਏ ਨੇ ਉਹਨਾਂ ਬਾਰੇ ਉਸ ਇਸਤਰੀ ਦੇ ਪ੍ਰਤੀ ਚੁੱਪ ਨਹੀਂ ਰਹੇ।
ਉਸ ਆਵਾਜ਼ ਨੂੰ ਉਹਨਾਂ ਨੇ ਅੱਗੇ ਤੋਰਿਆ, ਇਸਤਰੀ ਨੂੰ ਸਤਿਕਾਰ ਦਿੱਤਾ, ਬਣਦਾ ਸਥਾਨ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਇਸਤਰੀ ਪ੍ਰਤੀ ਸਮਾਜਿਕ, ਭਾਈਚਾਰਕ ਤੇ ਆਰਥਿਕ ਵਿਤਕਰਿਆਂ ਵਿਰੁੱਧ ਸੁਚੇਤ ਕਰਨ ਦਾ ਸੁਚੱਜਾ ਕਾਰਜ ਕੀਤਾ, ਉੱਥੇ ਇਹ ਆਵਾਜ਼ ਪਹਿਲੀ ਵਾਰ ਉੱਭਰ ਕੇ ਸਾਹਮਣੇ ਆਈ ਕਿ ਪ੍ਰਭੂ ਦੇ ਰਾਹ ਤੇ ਤੁਰਨ ਅਤੇ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਲਈ ਇਸਤਰੀ ਤਬ ਦੇ ਮਹਾਨ ਗੁਣਾਂ ਦੇ ਧਾਰਨੀ ਬਣਨਾ ਪੈਂਦਾ ਹੈ। ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਕਹਿਤਾ, ਲੇਕਿਨ ਗੁਰਬਾਣੀ ਹੈ ਜਿਹੜੀ ਸਾਰੀ ਉਹ ਸਾਨੂੰ ਜੀਵ ਆਤਮਾ ਨੂੰ ਇਸਤਰੀ ਮੰਨਦੀ ਹੈ ਤੇ ਜਿਹੜਾ ਮਰਦ ਹੈ ਉਹ ਕੇਵਲ ਪਰਮਾਤਮਾ ਹੈ। ਗੁਰੂ ਸਾਹਿਬਾਨ ਨੇ ਬਿਲਕੁਲ ਨਵਾਂ ਰਾਹ ਦਰਸਾਉਂਦਿਆਂ ਕਿਹਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਭਾਵ ਅਸੀਂ ਸਾਰੇ ਸੰਸਾਰਿਕ ਜੀਵ, ਭਾਵੇਂ ਔਰਤ ਹੋਵੇ, ਮਰਦ ਹੋਵੇ, ਬਾਲ ਹੋਵੇ, ਬੁੱਢਾ ਹੋਵੇ, ਸਭੇ ਹੀ ਨਾਰ ਭਾਵ ਇਸਤਰੀਆਂ ਹਾਂ। ਇਸ ਲਈ ਆਤਮਿਕ ਉਚਾਈ ਭਾਵ ਪਰਮ ਪਦ ਪਾਉਣ ਦੇ ਲਈ ਉਹੀ ਗੁਣ ਧਾਰਨੇ ਪੈਣਗੇ ਜੋ ਪਰਮਾਤਮਾ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ ਇਸਤਰੀ ਦੇ ਅੰਦਰ ਸੁਭਾਵਕ ਹੀ ਭਰੇ ਹੋਏ ਹਨ। ਗੁਰੂਆਂ, ਪੀਰਾਂ, ਫਕੀਰਾਂ, ਕਵੀਆਂ, ਫਿਲਾਸਫਰਾਂ, ਚਿੰਤਕਾਂ, ਯੋਧਿਆਂ, ਰਾਜਿਆਂ, ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਸਤਰੀ ਲਈ ਜਿੱਥੇ ਮਨੁ ਸਮ੍ਰਿਤੀ ਨੀਵੇਂ ਦਰਜੇ ਦੇ ਜ਼ੁਲਮਾਂ ਭਰੇ ਜੀਵਨ ਦਾ ਸੰਕਲਪ ਪੇਸ਼ ਕਰਦੀ ਹੈ, ਉੱਥੇ ਗੁਰੂ ਸਾਹਿਬ ਨੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦਾ ਨਾਰਾ ਲਾਇਆ। ਇਹ ਕਹਿ ਕੇ ਉਸ ਪ੍ਰਤੀ ਹਮਦਰਦੀ ਦੇ ਭਾਵ ਹੀ ਨਹੀਂ ਪ੍ਰਗਟ ਕੀਤੇ, ਹਮਦਰਦੀ ਹੀ ਨਹੀਂ ਜਤਾਈ, ਸਗੋਂ ਉਸ ਦੇ ਇਸਤਰੀ ਤਬ ਦੀ ਪ੍ਰਤਿਸ਼ਠਾ, ਜਲਾਅ ਅਤੇ ਮਾਣ ਨੂੰ ਵੀ ਸਥਾਪਿਤ ਕੀਤਾ ਹੈ। ਮਨੁ ਸਮ੍ਰਿਤੀ ਅਨੁਸਾਰ ਇੱਕ ਲੜਕੀ ਨੂੰ ਬਚਪਨ ਵਿੱਚ ਆਪਣੇ ਪਿਤਾ ਦੇ, ਸ਼ਾਦੀ ਤੋਂ ਬਾਅਦ ਪਤੀ ਦੇ, ਬੁਢਾਪੇ ਦੇ ਵਿੱਚ ਆਪਣੇ ਪੁੱਤਰਾਂ ਦੇ ਹੁਕਮ ਵਿੱਚ ਰਹਿ ਕੇ ਉਸ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਹ ਗੱਲ ਪ੍ਰਸਿੱਧ ਇਤਿਹਾਸਕਾਰ ਸੀ ਮਜੂਮਦਾਰ ਨੇ ਆਪਣੀ ਪੁਸਤਕ ਏਂਸ਼ੀਅੰਟ ਇੰਡੀਆ ਦੇ ਵਿੱਚ ਦਰਜ ਕੀਤੀ ਹੈ। ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਵਿਰੋਧੀ ਰਾਜਾਂ ਵੱਲੋਂ ਇੱਕ ਦੂਜੇ ਦੇ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਦੌਰਾਨ ਵੀ ਸਭ ਤੋਂ ਵੱਧ ਪੀੜ ਕਿਸ ਨੇ ਝੱਲੀ? ਇਸਤਰੀ ਨੇ। ਜੇਤੂ ਹੋਈ ਸੈਨਾ, ਹਾਰੀ ਹੋਈ ਸੈਨਾ ਦੇ ਰਾਜ ਦੇ ਵਿੱਚੋਂ ਇਸਤਰੀਆਂ ਨੂੰ ਬੰਦੀ ਬਣਾ ਕੇ ਲੈ ਜਾਂਦੀ, ਸ਼ੋਸ਼ਣ ਕਰਦੀ, ਸਰੀਰਕ ਸ਼ੋਸ਼ਣ ਹੁੰਦਾ। ਜਦੋਂ ਉਹਨਾਂ ਦਾ ਦਿਲ ਭਰ ਜਾਂਦਾ ਤਾਂ ਉਸ ਇਸਤਰੀਆਂ ਨੂੰ, ਉਹਨਾਂ ਇਸਤਰੀਆਂ ਨੂੰ, ਹਾਰੇ ਹੋਏ ਰਾਜ ਦੀਆਂ ਇਸਤਰੀਆਂ ਨੂੰ ਅੱਗੇ ਵੇਚ ਦਿੱਤਾ ਜਾਂਦਾ। ਪਰਸੂਤ ਦੇ ਦਿਨਾਂ ਵਿੱਚ ਇਸਤਰੀ ਨੂੰ ਅਪਵਿੱਤਰ ਕਰਾਰ ਦਿੱਤਾ ਜਾਂਦਾ ਸੀ। ਸਾਡੇ ਗੁਰੂ ਸਾਹਿਬਾਨ ਨੇ ਇਸ ਵਹਿਮ ਨੂੰ ਦੂਰ ਕੀਤਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਊੜ, ਅੱਖੀ ਸੂਤਕ ਵੇਖਣਾ, ਪਰਤ੍ਰਿਆ ਪਰਤਨ ਰੂਪ। ਦਹੇਜ ਪ੍ਰਤੀ ਗੁਰੂ ਸਾਹਿਬ ਦਾ ਫਰਮਾਨ ਹੈ। ਅਸੀਂ ਕਹਿੰਦੇ ਹਾਂ ਕਿ ਦਹੇਜ ਹੈ ਜਿਹੜਾ ਲੈਣਾ ਉਹ ਗੁਨਾਹ ਹੈ, ਪਾਪ ਹੈ, ਅਪਰਾਧ ਹੈ, ਕਾਨੂੰਨੀ ਤੌਰ ਤੇ ਅਪਰਾਧ ਹੈ। ਲੇਕਿਨ ਸਾਡੇ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਦਹੇਜ ਦੇ ਕਿਸ ਤਰ੍ਹਾਂ ਦਾ ਦਹੇਜ ਹੋਵੇ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੂ। ਭਾਰਤੀ ਸੰਵਿਧਾਨ ਵਿੱਚ ਡਾਕਟਰ BR ਅੰਬੇਦਕਰ ਨੇ ਇਹ ਦਰਜ ਕੀਤਾ ਹੈ ਕਿ ਜਿੱਥੇ ਜ਼ਾਤ, ਧਰਮ, ਨਸਲ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਕਰਨਾ ਕਾਨੂੰਨ ਦੀ ਨਜ਼ਰ 'ਚ ਅਪਰਾਧ ਹੈ, ਉੱਥੇ ਲਿੰਗ ਆਧਾਰਿਤ ਵਿਤਕਰਾ ਕਰਨਾ ਬਹੁਤ ਵੱਡਾ ਗੁਨਾਹ ਹੈ। ਪਰੰਤੂ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਸਮਾਂ ਪਹਿਲਾਂ ਇਸ ਪ੍ਰਤੀ ਇਹ ਦੱਸਿਆ ਕਿ ਨਾਰੀ ਅਤੇ ਪੁਰਸ਼ ਦੋਵਾਂ ਦੇ ਵਿੱਚ ਹੀ ਇੱਕ ਪ੍ਰਭੂ ਦੀ ਜੋਤ ਹੈ। ਨਾਰੀ ਪੁਰਖ ਸਵਾਈ ਲੋਇ। ਦੂਸਰੀ ਗੁਰਬਾਣੀ ਦੀ ਤੁਕ ਹੈ, ਆਪੇ ਪੁਰਖ ਆਪੇ ਹੀ ਨਾਰੀ। ਬਾਬਰ ਦੇ ਭਾਰਤ ਦੇ ਉੱਤੇ ਹਮਲਿਆਂ ਦੇ ਸਮੇਂ ਬਾਬਰੀ ਫੌਜ ਵੱਲੋਂ ਭਾਰਤੀ ਇਸਤਰੀਆਂ ਤੇ ਬੇਇੰਤਹਾ ਜ਼ਬਰ ਜ਼ੁਲਮ ਕੀਤੇ ਜਾਂਦੇ ਸੀ। ਉਸ ਵੇਲੇ ਦੀ ਕਰੂਰ ਦ੍ਰਿਸ਼ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਦੇ ਉੱਤੇ ਕੀਤੇ ਹੋਏ ਜ਼ੁਲਮਾਂ ਨੂੰ ਖਾਸ ਕਰਕੇ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਸੰਗਤ ਅਤੇ ਪੰਗਤ ਦੀ ਜਿਹੜੀ ਰੀਤ ਚਲਾਈ, ਉਸ ਦੇ ਵਿੱਚ ਵੀ ਇਸਤਰੀ ਨੂੰ ਬਰਾਬਰ ਦਾ ਦਰਜਾ ਹਾਸਲ ਹੋਇਆ। ਅਜੋਕੇ ਯੁੱਗ ਦੇ ਵਿੱਚ ਤਾਂ ਤੁਸੀਂ ਸਮਝਦੇ ਹੋਵੋਗੇ ਵੀ ਹੋ ਸਕਦਾ ਸੰਵਿਧਾਨਕ ਜਿਹੜੀਆਂ ਕਾਨੂੰਨ ਨੇ, ਜਿਹੜੀ ਬਰਾਬਰੀ ਹੈ, ਉਹਦੇ ਕਰਕੇ ਇਸਤਰੀ ਨੂੰ ਮਰਦ ਦੇ ਬਰਾਬਰ ਜਿਹੜਾ ਬੈਠ ਕੇ ਖਾਣ ਦਾ ਹੱਕ ਹੈ। ਲੇਕਿਨ ਗੁਰੂ ਸਾਹਿਬਾਨ ਨੇ ਸੰਗਤ ਤੇ ਪੰਗਤ ਦੀ ਜਦੋਂ ਰੀਤ ਚਲਾਈ ਸੀ, ਉਹਦੇ 'ਚ ਇਹ ਨਹੀਂ ਸੀ ਕਿਹਾ ਕਿ ਇਕੱਲੇ ਮਰਦ ਨੇ ਜਿਹੜੇ ਉਹ ਪੰਗਤ ਦੇ ਵਿੱਚ ਬੈਠਣਗੇ। ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਦੇਖਦੇ ਹਾਂ ਕਿ ਔਰਤ ਤੇ ਮਰਦ ਬਰਾਬਰ ਬੈਠ ਕੇ ਲੰਗਰ ਛਕਦੇ ਨੇ। ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਵੱਲੋਂ ਕੀਤੀ ਜਾਂਦੀ ਲੰਗਰ ਦੀ ਸੇਵਾ ਦੇ ਬਾਰੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਨਾਲ ਸਲਾਹਿਆ ਗਿਆ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪ੍ਰਤਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਧਿਆਲੀ। ਇਹ ਜਿਹੜੀ ਤੁਕ ਹੈ, ਇਹ ਜਿਹੜੀ ਬਾਣੀ ਦੀ ਤੁਕ ਹੈ ਭੱਟ ਬਲਵੰਡ ਜੀ ਦੀ ਲਿਖੀ ਹੋਈ ਹੈ। ਉਹ ਦੱਸਦੇ ਨੇ ਕਿ ਮਾਤਾ ਖੀਵੀ ਜੀ ਨੇਕ ਜਨ ਭਾਵ ਬਹੁਤ ਨੇਕ ਇਸਤਰੀ ਸੀ, ਜੋ ਸਾਰਿਆਂ ਨੂੰ ਪਿਆਰ ਦੀ ਸੰਘਣੀ ਛਾਂ ਤਾਂ ਦਿੰਦੇ ਸਨ, ਪਰ ਲੰਗਰ ਦੇ ਵਿੱਚ ਜਿੱਥੇ ਨਾਮ ਦਾ ਰਸ ਮਿਲਦਾ ਸੀ ਉੱਥੇ ਮਾਤਾ ਜੀ ਵੱਲੋਂ ਦੇਸੀ ਘਿਓ ਵਾਲੀ ਜਿਹੜੀ ਖੀਰ ਹੈ ਉਹ ਵੀ ਵਰਤਾਈ ਜਾਂਦੀ ਸੀ। ਗੁਰਮਤ ਫਲਸਫੇ ਅਨੁਸਾਰ, ਕਿਉਂਕਿ ਮੇਰਾ ਵਿਸ਼ਾ ਜਿਹੜਾ ਉਹ ਗੁਰਮਤ ਫਲਸਫੇ ਦੇ ਵਿੱਚ, ਗੁਰਮਤ ਦੇ ਵਿੱਚ ਇਸਤਰੀ ਦਾ ਸਥਾਨ ਹੈ। ਗੁਰਮਤ ਫਲਸਫੇ ਅਨੁਸਾਰ ਇਸਤਰੀਆਂ ਨੂੰ ਕੇਵਲ ਸਮਾਜਿਕ ਬਰਾਬਰੀ ਹੀ ਪ੍ਰਾਪਤ ਨਹੀਂ, ਸਗੋਂ ਇਸਤਰੀ ਜਿੱਥੇ ਮਰਦਾਂ ਦੇ ਬਰਾਬਰ ਅੰਮ੍ਰਿਤ ਦੀ ਦਾਤ ਲੈ ਸਕਦੀ ਹੈ, ਉੱਥੇ ਗੁਰੂ ਸਾਹਿਬਾਨ ਦੇ ਸਮੇਂ ਪ੍ਰਚਾਰਕ ਦੇ ਤੌਰ ਤੇ ਵੀ ਇਸਤਰੀਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਮਾਤਾ ਸਾਹਿਬ ਕੌਰ ਜੀ ਨੇ ਪਤਾਸਿਆਂ ਦੀ ਸੇਵਾ ਕਰਕੇ ਆਪਣੇ ਹੱਥੀਂ ਮਿੱਠੇ ਦਾ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ ਵੱਲੋਂ ਪ੍ਰਚਾਰ ਲਈ ਸਥਾਪਿਤ ਮੰਜੀਆਂ ਵਿੱਚੋਂ 2 ਮੰਜੀਆਂ, ਕਸ਼ਮੀਰ ਤੇ ਕਾਬਲ ਦੀ ਮੰਜੀ ਸੀ ਜਿਹੜੀ, ਉੱਥੇ ਵੀ 2 ਬੀਬੀਆਂ ਨੂੰ ਜਿਹੜੀਆਂ ਸਥਾਪਿਤ ਕੀਤਾ ਗਿਆ, 2 ਬੀਬੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਤੇ ਪਰਦੇ ਦੇ ਰਿਵਾਜ ਨੂੰ ਖਤਮ ਕਰਕੇ ਵਿਧਵਾ ਵਿਆਹ ਦਾ ਜਿਹੜਾ ਰਿਵਾਜ ਹੈ ਉਹ ਪ੍ਰਚਲਿਤ ਕੀਤਾ। ਉਸ ਤੋਂ ਪਹਿਲਾਂ ਵਿਧਵਾ ਨੂੰ ਜਿਹੜਾ ਚਾਹੇ ਉਹ ਬਾਲ ਉਮਰ ਦੇ ਵਿੱਚ ਚਾਹੇ 1 ਦਿਨ ਲਈ ਵਿਆਹੀ ਗਈ ਹੈ, ਜਦੋਂ ਉਸਦੇ ਪਤੀ ਦੀ ਮੌਤ ਹੋ ਗਈ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਦਾ ਹੱਕ ਨਹੀਂ ਸੀ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਜਿੱਥੇ ਇਸਤਰੀ ਨੂੰ ਬਰਾਬਰਤਾ, ਨਿਆਂ, ਸਤਿਕਾਰ ਭਰਿਆ ਰੁਤਬਾ ਪ੍ਰਦਾਨ ਕੀਤਾ, ਉੱਥੇ ਨਾਲ ਦੀ ਨਾਲ ਵਿਭਚਾਰੀ ਮਰਦ ਨੂੰ ਵੀ ਮਨਮੁਖ ਤੇ ਅਧਰਮੀ ਆਖਿਆ ਹੈ। ਪਰ ਕਰ ਚੀਤ ਮਨਮੁਖ ਡੋਲਾਏ, ਵਿਭਚਾਰੀ ਲਈ ਗੁਰਬਾਣੀ ਦੇ ਅਨੁਸਾਰ ਜਿਹੜੀ ਤਾੜਨਾ ਹੈ ਉਹ ਹੈ, ਜੈਸਾ ਸੰਗ ਬਿਸਿਰ ਸਿਉ ਹੈਰੇ ਤੈਸੋ ਹੀ ਪਰ ਇਹ ਪਰਗ੍ਰਹਿ। ਪਰਗ੍ਰਹਿ ਦਾ ਮਤਲਬ ਪਰ ਨਾਰੀ, ਰੇ ਨਰ ਕਾਏ ਪਰਗ੍ਰਹਿ ਜਾਏ। ਬਾਰ-ਬਾਰ ਗੁਰਬਾਣੀ ਦੇ ਵਿੱਚ ਜਿੱਥੇ ਇਸਤਰੀਆਂ ਨੂੰ ਸਤਿਕਾਰ ਦਿੱਤਾ, ਮਰਦ ਨੂੰ ਪਹਿਲਾਂ ਖੁੱਲ੍ਹਾਂ ਦਿੱਤੀਆਂ ਜਾਂਦੀਆਂ ਸੀ, ਲੇਕਿਨ ਮਰਦ ਦੇ ਉੱਤੇ ਵੀ ਅੰਕੁਸ਼ ਹੈ ਜਿਹੜਾ ਉਹ ਸਾਡੇ ਗੁਰੂ ਸਾਹਿਬਾਨ ਨੇ ਲਗਾਇਆ ਕਿ ਮਰਦ ਦੇ ਲਈ ਵੀ ਇਹ ਚੀਜ਼ਾਂ ਨੇ ਜਿਹੜੀਆਂ ਉਹ ਵਿਵਰਜਿਤ ਹਨ। ਸਿੱਖ ਧਰਮ ਵਿੱਚ ਔਰਤ ਪ੍ਰਤੀ ਬਰਾਬਰੀ ਦੇ ਦਰਜੇ ਨੂੰ ਦੇਖਦੇ ਹੋਏ ਕੇਵਲ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਵਿਦੇਸ਼ੀ ਵਿਦਵਾਨਾਂ ਨੇ ਵੀ ਇਸ ਦੇ ਪ੍ਰਤੀ ਆਪਣੀ ਰਾਏ ਦਿੱਤੀ ਹੈ। ਪੱਛਮੀ ਵਿਦਵਾਨ ਡੋਰਥੀ ਫੀਲਡ ਨੇ ਆਪਣੀ ਪੁਸਤਕ ਸਿੱਖ ਰਿਲੀਜਨ ਦੇ ਪੰਨਾ 59 ਤੇ ਲਿਖਿਆ ਹੈ, ਬਹੁਤ ਸਾਰੀਆਂ ਇਸਤਰੀਆਂ ਨੇ ਸਿੱਖ ਗੁਰੂਆਂ ਦੀ ਸਿੱਖਿਆ ਦੇ ਕਾਰਨ ਸਮਾਜਿਕ ਬੰਧਨਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਨਾਰੀ ਦੀ ਆਜ਼ਾਦੀ ਗੁਰੂਆਂ ਦੇ ਸਮੇਂ ਦੀ ਇੱਕ ਮਹਾਨ ਘਟਨਾ ਹੈ। ਅਬਦਾਲੀ ਦੇ ਹਮਲਿਆਂ ਦੌਰਾਨ ਬੰਦੀ ਬਣਾਈਆਂ ਗਈਆਂ ਭਾਰਤੀ ਔਰਤਾਂ ਨੂੰ ਖਾਲਸਾਈ ਫੌਜਾਂ ਵੱਲੋਂ ਛੁਡਵਾਉਣਾ, ਫਿਰ ਉਹਨਾਂ ਨੂੰ ਬਾਇੱਜ਼ਤ ਘਰੋਂ ਘਰੀ ਪਹੁੰਚਾਉਣਾ, ਜਿੱਥੇ ਇੱਕ ਸਨਮਾਨਜਨਕ ਇਤਿਹਾਸਕ ਘਟਨਾ ਹੈ ਉੱਥੇ ਸਾਨੂੰ ਇਹ ਵੀ ਜਣਾਉਂਦੀ ਹੈ ਕਿ ਗੁਰਮਤਿ ਅਨੁਸਾਰ ਇਸਤਰੀ ਮਨੁੱਖੀ ਜੀਵਨ ਦੀ ਬੇਹੱਦ ਸਨਮਾਨਯੋਗ ਹਸਤੀ ਹੈ। ਕਿਹਾ ਜਾਂਦਾ ਹੈ ਕਿ ਹਰੇਕ ਕਾਮਯਾਬ ਮਨੁੱਖ ਦੇ ਪਿੱਛੇ ਇੱਕ ਸਿਆਣੀ ਇਸਤਰੀ ਦਾ ਹੱਥ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕੋਈ ਵੀ ਮਨੁੱਖ ਇਸ ਬਲ ਉੱਤੇ ਹੀ ਕਾਮਯਾਬ ਹੋ ਸਕਦਾ ਹੈ ਕਿ ਜੇਕਰ ਉਸਦੇ ਬਚਪਨ ਵਿੱਚ ਉਸ ਨੂੰ ਮਾਤਾ ਵੱਲੋਂ ਚੰਗੀ ਸਿੱਖਿਆ ਮਿਲੇ, ਉੱਥੇ ਜਵਾਨੀ ਵਿੱਚ ਜੀਵਨ ਸਾਥੀ ਵੱਲੋਂ ਸੁਹਿਰਦਤਾ ਨਾਲ ਚੰਗੇ ਕੰਮਾਂ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਉਤਸ਼ਾਹ ਦਿੱਤਾ ਜਾਵੇ। ਗੁਰੂ ਸਾਹਿਬਾਨ ਦੁਆਰਾ ਸਦੀਆਂ ਪਹਿਲਾਂ ਦਿੱਤੀ ਗਈ ਬਰਾਬਰੀ, ਆਜ਼ਾਦੀ ਅਤੇ ਸਨਮਾਨ ਦੇ ਸੰਕਲਪ ਨੂੰ ਭਾਵੇਂ ਸਿੱਖ ਧਰਮ ਮੰਨਦਾ ਹੈ, ਪਰੰਤੂ ਹੁਣ ਬੇਟਾ ਤੁਹਾਡੇ ਜਿਹੜੇ ਮਨ ਦੇ ਵਿੱਚ ਸਵਾਲ ਉੱਠ ਰਹੇ ਨੇ ਉਹਨਾਂ ਦਾ ਜਵਾਬ ਹੈ, ਪਰੰਤੂ ਅਕਸਰ ਅਸੀਂ ਆਲੇ ਦੁਆਲੇ ਵਿੱਚ ਵਿਚਰਦਿਆਂ ਦੇਖਦੇ ਹਾਂ ਕਿ ਇਸਤਰੀ ਨੂੰ ਹਾਲੇ ਉਹ ਸਥਾਨ, ਉਹ ਬਰਾਬਰੀ, ਉਹ ਸਨਮਾਨ ਹਾਸਲ ਨਹੀਂ ਹੋਇਆ ਜੋ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਦਾ ਸੁਪਨਾ ਸੀ। ਅੱਜ ਲੋੜ ਹੈ ਕਿ ਅਸੀਂ ਗੁਰਮਤਿ ਫਲਸਫੇ ਦਾ ਡੂੰਘਾ ਅਧਿਐਨ ਕਰੀਏ। ਸਿਰਫ ਇਸ ਗੱਲ ਦੀ ਲੜਾਈ ਕਰੀਏ ਵੀ ਹਾਂਜੀ ਅਸੀਂ ਤਾਂ ਜੇ ਆਪਣੇ ਹੱਕ ਲੈਣੇ ਨੇ ਤਾਂ ਕਿਰਪਾਨ ਹੱਥ ਵਿੱਚ ਹੋਵੇ ਤੇ ਜਿਹੜੇ ਵੀ ਮਰਦ ਸਾਡੇ ਖਿਲਾਫ ਬੋਲਦੇ ਨੇ ਉਹਨਾਂ ਦਾ ਗਲ ਲਾਉਂਦੇ ਜਾਈਏ, ਤੇ ਇਹ ਕੋਈ ਗੁਰੂ ਸਾਹਿਬ ਦਾ ਫਲਸਫਾ ਨਹੀਂ ਹੈ। ਜਿਹੜਾ ਗੁਰੂ ਸਾਹਿਬਾਨ ਨੇ ਜਿਹੜੀ ਰੀਤ ਸ਼ੁਰੂ ਕੀਤੀ
ਔਰਤ ਨੂੰ ਸਨਮਾਨ ਦਿੱਤਾ ਤਾਂ ਉਹਦੇ ਲਈ ਵੀ ਮੈਨੂੰ ਇਸ ਪੇਪਰ ਨੂੰ ਲਿਖਣ ਲੱਗਿਆਂ ਗੁਰਮਤਿ ਦੇ ਵਿੱਚੋਂ ਹੀ ਅਨੇਕਾਂ ਅਜਿਹੀਆਂ ਉਦਾਹਰਨਾਂ ਲੱਭੀਆਂ ਜਿਹੜੀਆਂ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ। ਅਸੀਂ ਹੁਣ ਵਿਦਵਾਨ ਕਹਾਉਂਦੇ ਹਾਂ ਆਪਣੇ ਆਪ ਨੂੰ, ਅਸੀਂ ਹੁਣ ਕਹਿੰਦੇ ਹਾਂ ਵੀ ਇਸਤਰੀ ਨੂੰ ਬਰਾਬਰ ਪੜ੍ਹਾਈ ਹੋਣੀ ਚਾਹੀਦੀ, ਇਹ ਹੋਣੀ ਚਾਹੀਦੀ ਹੈ। ਸਾਡੇ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਜਿਹੜਾ ਫਲਸਫਾ ਸਾਨੂੰ ਦਿੱਤਾ, ਉਸ ਦਾ ਜਿਹੜਾ ਨਿਚੋੜ ਹੈ, ਉਸ ਨੂੰ ਉਹਨੂੰ ਕਿਵੇਂ ਅਸੀਂ ਹਾਸਲ ਕਰ ਸਕਦੇ ਹਾਂ, ਉਹਦੇ ਲਈ ਕੀ ਹੈ, ਗੁਰਮਤਿ ਫਲਸਫੇ ਦਾ ਡੂੰਘਾ ਵਿਸ਼ਲੇਸ਼ਣ ਕਰੀਏ ਅਤੇ ਇਸ ਗੱਲ ਨੂੰ ਦ੍ਰਿੜ ਕਰਵਾਈਏ ਗੁਰੂ ਸਾਹਿਬਾਨ ਨੇ ਕਦੇ ਵੀ ਮਰਦ ਦੇ ਮੁਕਾਬਲੇ ਇਸਤਰੀ ਦਾ ਸਥਾਨ ਕਦੇ ਵੀ ਨੀਵਾਂ ਨਹੀਂ ਰੱਖਿਆ, ਸਗੋਂ ਉਸ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ। ਅਜੋਕੇ ਸੰਦਰਭ ਦੇ ਵਿੱਚ ਔਰਤ ਦੀ ਬਰਾਬਰੀ ਲਈ ਬਹੁਤ ਤਰ੍ਹਾਂ ਦੀਆਂ ਕ੍ਰਾਂਤੀਕਾਰੀ ਦਲੀਲਾਂ ਉੱਭਰ ਕੇ ਸਾਹਮਣੇ ਆਈਆਂ ਹਨ, ਲਗਾਤਾਰ ਆ ਵੀ ਰਹੀਆਂ ਹਨ, ਪਰੰਤੂ ਅਕਸਰ ਇਸਤਰੀ ਪੱਖੀ ਵਿਚਾਰ ਦਿੰਦਿਆਂ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਜਾਂ ਲੜਕੀਆਂ ਨੂੰ ਉਹ ਸਾਰੀਆਂ ਆਜ਼ਾਦੀਆਂ ਪ੍ਰਾਪਤ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਮਰਦਾਂ ਤੇ ਲੜਕਿਆਂ ਨੂੰ ਪ੍ਰਾਪਤ ਨੇ। ਪਰੰਤੂ ਅਸੀਂ ਐਡਾ ਵੱਡਾ ਟਪਲਾ ਖਾ ਜਾਂਦੇ ਹਾਂ। ਅਕਸਰ ਇਹ ਗੱਲ ਹੁੰਦੀ ਹੈ ਕਿ ਸਾਡੇ ਉਲਾਰ ਵਿਚਾਰ ਸਮਾਜਿਕ ਉਥਲ-ਪੁਥਲ ਦਾ ਕਾਰਨ ਬਣ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਾਡੇ ਸਮਾਜ ਨੇ ਮਰਦਾਂ ਜਾਂ ਲੜਕਿਆਂ ਨੂੰ ਕੁਝ ਅਜਿਹੀ ਆਜ਼ਾਦੀ ਵੀ ਦਿੱਤੀ ਹੋਈ ਹੈ ਜੋ ਅਸਲ ਵਿੱਚ ਸਮਾਜਿਕ ਵਿਕਾਸ ਦੇ ਰਾਹ ਦੇ ਵਿੱਚ ਬਹੁਤ ਵੱਡਾ ਰੋੜਾ ਹੋ ਨਿਬੜਦੀ ਹੈ। ਜੇਕਰ ਅਸੀਂ ਔਰਤਾਂ ਲਈ ਵੀ ਉਹੋ ਜਿਹੀਆਂ ਮੰਗਾਂ ਹੀ ਮੰਗਾਂਗੇ ਤਾਂ ਪਹਿਲਾਂ ਤੋਂ ਚੱਲ ਰਿਹਾ ਅਸਾਵਾਂਪਣ ਹੈ ਜਿਹੜਾ ਉਹ ਹੋਰ ਜ਼ਿਆਦਾ ਵੱਧ ਜਾਏਗਾ। ਉਦਾਹਰਨ ਲਈ ਕੁੜੀਆਂ ਇਹ ਮੰਗ ਕਰਦੀਆਂ ਨੇ, ਅਕਸਰ ਇਹ ਮੰਗ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ ਵੀ, ਕਾਲਜਾਂ ਯੂਨੀਵਰਸਿਟੀਆਂ 'ਚ ਵੀ, ਬਾਹਰ ਵੀ ਇਹ ਮੰਗ ਕਰਦੀਆਂ ਨੇ ਕਿ ਮੁੰਡਿਆਂ ਨੂੰ ਦੇਰ ਨਾਲ ਘਰ ਆਉਣ ਦੀ, ਅਜੀਬੋ-ਗਰੀਬ ਕੱਪੜੇ ਪਾਉਣ ਦੀ, ਜਿੱਥੇ ਮਰਜ਼ੀ ਜਾਣ ਦੀ ਆਜ਼ਾਦੀ ਹੈ, ਤਾਂ ਇਹ ਆਜ਼ਾਦੀ ਸਾਨੂੰ ਵੀ ਮਿਲਣੀ ਚਾਹੀਦੀ ਹੈ। ਪਰ ਮੇਰੇ ਵਿਚਾਰ ਕੀ ਨੇ, ਅਸੀਂ ਕਹਿੰਦੇ ਹਾਂ ਕਿ ਜੇਕਰ ਦੇਰ ਨਾਲ ਆਉਣ ਦੀ ਤੇ ਕਿਤੇ ਵੀ ਜਾਣ ਆਉਣ ਦੇ ਲਈ ਕੁੜੀਆਂ ਤੋਂ ਪੁੱਛ ਪੜਤਾਲ ਹੁੰਦੀ ਹੈ ਤਾਂ ਮੁੰਡਿਆਂ ਤੋਂ ਵੀ ਹੋਣੀ ਚਾਹੀਦੀ ਹੈ। ਮੁੰਡਿਆਂ ਨੂੰ ਅਕਸਰ ਪਿਤਾ ਘੱਟ, ਮਾਤਾਵਾਂ ਨੇ ਜਿਹੜੀਆਂ ਉਹ ਜ਼ਿਆਦਾ ਸ਼ਹਿ ਦੇ ਦਿੰਦੀਆਂ ਨੇ, ਚਲੋ ਕੋਈ ਨਾ ਤਾਂ ਮੁੰਡਾ ਲੇਟ ਆ ਸਕਦਾ, ਤਾਂ ਪੁੱਛ ਪੜਤਾਲ ਅਸੀਂ ਇਸ ਗੱਲ ਦੇ ਹਾਮੀ ਨਹੀਂ ਆ ਕਿ ਕੁੜੀਆਂ ਤੋਂ ਵੀ ਨਾ ਪੁੱਛਿਆ ਜਾਵੇ। ਮੁੰਡੇ ਗਾਲਾਂ ਕੱਢਦੇ ਨੇ ਤਾਂ ਕੁੜੀਆਂ ਨੂੰ ਵੀ ਗਾਲਾਂ ਕੱਢਣ ਦੀ ਆਜ਼ਾਦੀ ਹੋਵੇ। ਇਸ ਤਰ੍ਹਾਂ ਦਾ ਜਿਹੜਾ ਆਜ਼ਾਦੀ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੋਊਗੀ। ਅਸੀਂ ਮੁੰਡਿਆਂ ਨੂੰ ਮਿਲਦੀ ਆਜ਼ਾਦੀ, ਮੁੰਡਿਆਂ ਨੂੰ ਜਿਹੜੇ ਸਮਾਜਿਕ ਅਧਿਕਾਰ ਮਿਲੇ ਹੋਏ ਨੇ ਉਹਨਾਂ ਦੀ ਬਰਾਬਰੀ ਕਰਦੇ ਕਰਦੇ ਆਪਣੀ ਹੋਂਦ ਹੈ ਜਿਹੜੀ ਉਸ ਨੂੰ ਖਤਰੇ 'ਚ ਪਾ ਲਾਂਗੇ। ਮੁੰਡਿਆਂ ਤੋਂ ਪੁੱਛਿਆ ਜਾਵੇ, ਕੁੜੀਆਂ ਤੋਂ ਪੁੱਛਿਆ ਜਾਂਦਾ, ਲੇਟ ਆਉਂਦੀਆਂ ਨੇ, ਕਿੱਥੇ ਜਾਂਦੀਆਂ ਨੇ, ਮੁੰਡਿਆਂ ਦੇ ਉੱਤੇ ਵੀ ਅੰਕੁਸ਼ ਹੋਵੇ, ਕਿੱਥੇ ਜਾਂਦੇ ਹੋ, ਇੰਨਾ ਟਾਈਮ ਕਿੱਥੇ ਲਾਇਆ, ਇੰਨੀ ਦੇਰ ਫੋਨ ਤੇ ਕੀ ਕਰਦੇ ਸੀ। ਪਰ ਕੁੜੀਆਂ ਤੋਂ ਵੀ ਪੁੱਛਿਆ ਜਾਵੇ। ਆਪਾਂ ਇਸ ਗੱਲ ਦੇ ਹਾਮੀ ਨਹੀਂ ਕਿ ਕੁੜੀਆਂ ਨੂੰ ਵੀ ਇਸ ਤਰ੍ਹਾਂ ਦੀ ਆਜ਼ਾਦੀ ਹੋਵੇ। ਇੱਥੇ ਸਿਰਫ ਉਹੀ ਗੱਲ ਸਾਹਮਣੇ ਫੇਰ ਆਉਂਦੀ ਹੈ ਕਿ ਇਸ ਦੀ ਸ਼ੁਰੂਆਤ ਵੀ ਕੌਣ ਕਰੇਗਾ। ਇਸ ਦੀ ਸ਼ੁਰੂਆਤ ਵੀ ਸਾਨੂੰ ਇਸਤਰੀਆਂ ਨੂੰ, ਲੜਕੀਆਂ ਨੂੰ ਕਰਨੀ ਪਵੇਗੀ। ਜੇਕਰ ਅਸੀਂ ਮਾਵਾਂ, ਭੈਣਾਂ, ਪਤਨੀਆਂ ਦੇ ਤੌਰ ਤੇ ਆਪਣੇ ਬੇਟਿਆਂ, ਭਰਾਵਾਂ, ਪਤੀਆਂ ਨੂੰ ਅਜਿਹੀਆਂ ਗੱਲਾਂ ਤੋਂ ਵਰਜੀਏ ਤਾਂ ਇੱਕ ਖੂਬਸੂਰਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਭਾਵ ਇਹ ਹੈ ਕਿ ਇੱਥੇ ਵੀ ਸਮਾਜ ਦੇ ਅਸਾਵੇਂਪਣ ਨੂੰ ਦੂਰ ਕਰਨ ਦੇ ਲਈ ਇਸਤਰੀ ਦੀ ਸਿਰਮੌਰ ਭੂਮਿਕਾ ਜਿਹੜੀ ਉਹ ਬਣ ਸਕਦੀ ਹੈ। ਤਾਂ ਇਹ ਮੇਰਾ ਪੇਪਰ ਸੀ, ਪਰ ਮੈਂ ਪੇਪਰ ਦੇ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਠੀਕ ਹੈ, ਸਾਡੇ ਗੁਰੂ ਸਾਹਿਬਾਨ ਨੇ ਬੁਲੰਦ ਆਵਾਜ਼ ਦੇ ਵਿੱਚ ਇਸਤਰੀਆਂ ਨੂੰ ਸਨਮਾਨਯੋਗ ਸਥਾਨ ਦੇਣ ਦੇ ਨਾਲ ਨਾਲ ਬਰਾਬਰ ਦੇ ਅਧਿਕਾਰ ਵੀ ਦਿੱਤੇ। ਪਰ ਮੈਂ ਬਾਕੀ ਧਰਮਾਂ ਦੇ ਬਾਰੇ ਵੀ ਕਹਿਣਾ ਚਾਹੁੰਦੀ ਹਾਂ ਕਿ ਬਾਕੀ ਧਰਮਾਂ ਦੇ ਵਿੱਚ ਵੀ ਕੁਛ ਇੱਕ ਵਿਦਵਾਨਾਂ ਤੋਂ ਬਿਨਾਂ ਬਾਕੀ ਧਰਮਾਂ ਦੇ ਵਿੱਚ ਵੀ ਇਸਤਰੀ ਨੂੰ ਬਹੁਤ ਸਨਮਾਨ ਦਿੱਤਾ ਗਿਆ। ਲੇਕਿਨ ਹੌਲੀ ਹੌਲੀ, ਕਿਉਂਕਿ ਜਿਹੜਾ ਧਰਮ ਦਾ ਪ੍ਰਚਾਰ ਹੈ ਉਹ ਧਾਰਮਿਕ ਆਗੂਆਂ ਦੇ ਜ਼ਿੰਮੇਵਾਰੀ ਹੁੰਦੀ ਹੈ, ਉਹਨਾਂ ਨੇ ਆਪਣੇ ਨਿੱਜੀ ਵਿਚਾਰਾਂ ਨੂੰ ਵਿੱਚ ਮਿਲਗੋਭਾ ਕਰਕੇ ਤਾਂ ਉਸ ਨੂੰ ਇਸਤਰੀ ਦੇ ਇੱਕ ਤਰ੍ਹਾਂ ਨਾਲ, ਪੂਰੀ ਤਰ੍ਹਾਂ ਨਾਲ ਵਿਰੋਧ ਦੇ ਵਿੱਚ ਪੇਸ਼ ਕਰਤਾ। ਤਾਂ ਉਹ ਹੁਣ ਸਦੀਆਂ ਬੀਤ ਗਈਆਂ ਤਾਂ ਹੌਲੀ ਹੌਲੀ ਉਹ ਵਿਚਾਰ ਨੇ ਜਿਹੜੇ ਅੱਗੋਂ ਦੀ ਅੱਗੋਂ ਉਵੇਂ ਦੀ ਉਵੇਂ ਚੱਲੀ ਜਾਂਦੇ ਨੇ। ਤੇ ਇਸ ਕਰਕੇ ਜਿਵੇਂ ਮੇਰੇ ਕੋਲ ਇੱਕ ਉਦਾਹਰਨ ਹੈ, ਮੇਰੇ ਨਾਲ ਇੱਕ ਅਧਿਆਪਕ ਨੇ, ਉਹ ਮੁਸਲਿਮ ਪਰਿਵਾਰ ਦੇ ਵਿੱਚੋਂ ਨੇ। ਮੁਸਲਿਮ ਪਰਿਵਾਰ ਦੇ ਵਿੱਚ ਮੁਸਲਿਮ ਧਰਮ ਦੇ ਵਿੱਚ ਇਹ ਹੈ ਕਿ ਜੇ ਕੋਈ ਮੁਸਲਿਮ ਇੱਕ ਜਿਹੜੀ ਲੜਕੀ ਹੈ ਉਸ ਦਾ ਵਿਆਹ ਨਹੀਂ ਕਰਦਾ, ਉਸ ਦਾ ਕੰਨਿਆਦਾਨ ਨਹੀਂ ਕਰਦਾ, ਤਾਂ ਉਸ ਨੂੰ ਜੰਨਤ ਨਸੀਬ ਨਹੀਂ ਹੁੰਦੀ। ਕਿੱਡਾ ਵੱਡਾ ਅਸੂਲ ਹੈ।
ਤਾਂ ਉਹ ਮਤਲਬ ਸਾਡੇ ਸਾਹਮਣੇ ਆਇਆ ਕਿ ਉਸ ਟੀਚਰ ਨੇ ਆਪਣੇ ਮਤਲਬ ਭਰਾ ਦੀ ਬੇਟੀ ਹੈ ਜਿਹੜੀ ਉਹ ਅਡਾਪਟ ਕੀਤੀ। ਅਸੀਂ ਕਿਹਾ ਵੀ ਤੁਹਾਡੇ ਆਪਣੇ ਬੱਚੇ ਸੀ? ਕਹਿੰਦੇ ਨਹੀਂ ਜੀ, ਫਿਰ ਮੈਨੂੰ ਉੱਥੇ ਦੋਜ਼ਖ ਮਿਲੂ। ਦੋਜ਼ਖ ਦਾ ਮਤਲਬ ਨਰਕ ਨਸੀਬ ਹੋਊਗਾ। ਤਾਂ ਲੋੜ ਕੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਧਰਮ ਦੀ ਹੀ ਇੰਨੀ ਕੁ ਵਿਸ਼ਲੇਸ਼ਣ ਕਰੀਏ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਕੀ ਕੀ ਅਧਿਕਾਰ ਦਿੱਤੇ ਨੇ। ਬੜੇ ਸਵਾਲ ਉੱਠਦੇ ਨੇ ਬੜੇ ਤਰ੍ਹਾਂ ਦੇ ਕਿ ਸਿੱਖ ਧਰਮ ਦੇ ਵਿੱਚ ਵੀ ਪ੍ਰੈਕਟੀਕਲੀ ਔਰਤਾਂ ਨੂੰ ਜਿਹੜਾ ਉਹ ਰੁਤਬਾ ਉਹ ਸਨਮਾਨ ਅੱਜ ਦੇ ਯੁੱਗ ਦੇ ਵਿੱਚ ਪ੍ਰਾਪਤ ਨਹੀਂ ਹੈ। ਪਰ ਸਵਾਲ ਇਹ ਆਉਂਦਾ ਹੈ ਕਿ ਜੇਕਰ ਤੇਰੇ ਕਦਮਾਂ 'ਚ ਹਾਲੇ ਹਨੇਰਾ ਹੈ ਤਾਂ ਇਸ 'ਚ ਕਾਫੀ ਕਸੂਰ ਤੇਰਾ ਹੈ। ਕਿਉਂ ਹੈ? ਕਿਉਂਕਿ ਅਸੀਂ ਜਿਹੜੀਆਂ ਔਰਤਾਂ ਹਾਂ, ਲੜਕੀਆਂ ਹਾਂ, ਅਸੀਂ ਇਹ ਤਾਂ ਰੌਲਾ ਸੋਸ਼ਲ ਮੀਡੀਆ ਤੇ ਸੁਣ ਕੇ ਉੱਦਾਂ ਰੌਲਾ ਪਾਈ ਜਾਂਦੇ ਸਾਨੂੰ ਜੀ ਬਰਾਬਰੀ ਚਾਹੀਦੀ ਹੈ, ਬਰਾਬਰੀ ਚਾਹੀਦੀ ਹੈ। ਸਾਡੇ ਪਿਓ ਦਾਦੇ ਸਾਨੂੰ ਕਿਸ ਤਰ੍ਹਾਂ ਦੇ ਅਧਿਕਾਰ ਦੇ ਕੇ ਗਏ ਨੇ, ਅਸੀਂ ਉਹਨਾਂ ਦੀ ਪੜਚੋਲ ਹੀ ਨਹੀਂ ਕਰੀ। ਇੰਨਾ ਕਹਿੰਦੀ ਹੋਈ ਤੁਹਾਡਾ ਕੀਮਤੀ ਸਮਾਂ ਲਿਆ, ਮੁਆਫੀ ਦੀ ਜਾਚਕ ਹਾਂ। ਬਹੁਤ ਬਹੁਤ